ਗੁੱਡ ਮਾਰਨਿੰਗ ਸਟੂਡੈਂਟਸ। ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚ ਅਸੀਂ ਕਰ ਰਹੇ ਹਾਂ ਪ੍ਰਾਈਸ ਲੈਵਲ ਅਕਾਊਂਟਿੰਗ ਔਰ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਟੈਕਨੀਕ ਜਿਹੜੀ ਕਰੰਟ ਪਰਚੇਸਿੰਗ ਪਾਵਰ ਟੈਕਨੀਕ ਕਰਵਾਈ ਸੀ। ਅੱਜ ਅਸੀਂ ਨੈਕਸਟ ਟੈਕਨੀਕ ਜਿਹੜੀ ਆ ਰਿਪਲੇਸਮੈਂਟ ਕਾਸਟ ਅਕਾਊਂਟਿੰਗ ਟੈਕਨੀਕ ਜਿਹੜੀ ਹੈਗੀ ਆ, ਉਸ ਤੋਂ ਇਲਾਵਾ ਹੋਰ ਜਿੰਨੀਆਂ ਟੈਕਨੀਕਸ ਹੈਗੀਆਂ ਉਹਨਾਂ ਨੂੰ ਡਿਸਕਸ ਕਰਾਂਗੇ। ਰਿਪਲੇਸਮੈਂਟ ਕਾਸਟ ਅਕਾਊਂਟਿੰਗ ਟੈਕਨੀਕ ਜਿਹੜੀ ਆ ਉਹ ਕਰੰਟ ਪਰਚੇਸਿੰਗ ਪਾਵਰ ਟੈਕਨੀਕ ਨਾਲੋਂ ਇੰਪਰੂਵਡ ਟੈਕਨੀਕ ਆ, ਕਿਉਂਕਿ ਜਿਹੜੀ ਸਾਡੀ ਕਰੰਟ ਪਰਚੇਸਿੰਗ ਪਾਵਰ ਟੈਕਨੀਕ ਸੀ ਉਹਦੇ ਵਿੱਚ ਇੱਕ ਪ੍ਰੋਬਲਮ ਜਿਹੜੀ ਸੀ ਉਹ ਕੀ ਸੀਗੀ ਕਿ ਅਸੀਂ ਕੰਪਨੀ ਦੇ ਜਿਹੜੇ ਵੀ ਐਸੈਟਸ ਹੈਗੇ ਆ, ਪਾਰਟਿਕੂਲਰ ਐਸੈਟਸ ਹੈਗੇ ਆ, ਉਹਨਾਂ ਦੇ ਇੰਡੀਵਿਜੂਅਲ ਪ੍ਰਾਈਸ ਇੰਡੈਕਸ ਨਹੀਂ ਸੀ ਲੈਂਦੇ। ਠੀਕ ਆ, ਅਸੀਂ ਉਹਦੇ ਵਿੱਚ ਕੀ ਲੈ ਰਹੇ ਆ, ਇੱਕ ਜਨਰਲ ਪ੍ਰਾਈਸ ਇੰਡੈਕਸ ਜਿਹੜਾ ਆਰਬੀਆਈ ਪ੍ਰੋਵਾਈਡ ਕਰ ਰਹੀ ਆ, ਅਸੀਂ ਉਹੀ ਲੈ ਰਹੇ ਆ। ਬਟ ਰਿਪਲੇਸਮੈਂਟ ਕਾਸਟ ਅਕਾਊਂਟਿੰਗ ਟੈਕਨੀਕ ਦੇ ਵਿੱਚ ਜੋ ਇੰਡੈਕਸ ਯੂਜ਼ ਕੀਤਾ ਜਾਂਦਾ ਆ ਉਹ ਜੋ ਕੰਪਨੀ ਦੇ ਪਾਰਟਿਕੂਲਰ ਐਸੈਟਸ ਦੇ ਨਾਲ ਰੈਲੇਵੈਂਟ ਆ ਉਹਨੂੰ ਯੂਜ਼ ਕੀਤਾ ਜਾਂਦਾ ਹੈ, ਨਾ ਕਿ ਕੋਈ ਜਨਰਲ ਪ੍ਰਾਈਸ ਇੰਡੈਕਸ ਯੂਜ਼ ਕੀਤਾ ਜਾਂਦਾ ਆ। ਸੋ ਅਗਰ ਆਪਾਂ ਇਸ ਸੈਂਸ 'ਚ ਗੱਲ ਕਰੀਏ ਨਾ, ਪਾਰਟਿਕੂਲਰ ਐਸੈਟ ਦੇ ਇੰਡੈਕਸ ਦੀ ਗੱਲ ਕਰੀਏ ਜਾਂ ਜਨਰਲ ਪ੍ਰਾਈਸ ਇੰਡੈਕਸ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਸਾਡੇ ਲਈ ਬੈਟਰ ਇਹ ਹੋਊਗਾ ਕਿ ਅਸੀਂ ਹਰ ਐਸੈਟ ਲਈ ਉਹਦਾ ਪਾਰਟਿਕੂਲਰ ਇੰਡੈਕਸ ਯੂਜ਼ ਕਰੀਏ, ਨਾ ਕਿ ਜਨਰਲ ਪ੍ਰਾਈਸ ਇੰਡੈਕਸ ਯੂਜ਼ ਕਰੀਏ। ਸੋ ਇਹੀ ਰੀਜ਼ਨ ਆ ਕਿ ਰਿਪਲੇਸਮੈਂਟ ਕਾਸਟ ਅਕਾਊਂਟਿੰਗ ਟੈਕਨੀਕ ਬੈਟਰ ਆ ਦੈਨ ਕਰੰਟ ਪਰਚੇਸ ਪਾਵਰ ਟੈਕਨੀਕ। ਠੀਕ ਆ, ਬਟ ਜਦੋਂ ਅਸੀਂ ਇਸ ਟੈਕਨੀਕ ਨੂੰ ਫੋਲੋ ਕਰਦੇ ਆ, ਇਹਦਾ ਮਤਲਬ ਕੀ ਹੈਗਾ, ਸਾਡੇ ਕੋਲ ਹਰ ਐਸੈਟ ਦੇ ਲਈ ਉਹਦਾ ਪਾਰਟਿਕੂਲਰ ਪ੍ਰਾਈਸ ਇੰਡੈਕਸ ਜਿਹੜਾ ਆ ਹੋਣਾ ਚਾਹੀਦਾ ਆ। ਬਟ ਹਰ ਕੇਸ ਦੇ ਵਿੱਚ ਹਰ ਐਸੈਟ ਦੇ ਲਈ ਪ੍ਰਾਈਸ ਇੰਡੈਕਸ, ਰੈਲੇਵੈਂਟ ਪ੍ਰਾਈਸ ਇੰਡੈਕਸ ਜਿਹੜਾ ਫਾਈਂਡ ਕਰਨਾ ਉਹ ਮੁਸ਼ਕਲ ਹੋ ਜਾਂਦਾ ਆ। ਸੋ ਜਿਹੜੀ ਇਹ ਰਿਪਲੇਸਮੈਂਟ ਕਾਸਟ ਅਕਾਊਂਟਿੰਗ ਟੈਕਨੀਕ ਆ ਉਹਦੇ ਵਿੱਚ ਫਿਰ ਸਬਜੈਕਟਿਵਿਟੀ ਲੱਗ ਜਾਏਗੀ। ਫਿਰ ਉਹ ਬੰਦਾ ਦੇਖੇਗਾ ਲਗਾਉਣ ਵਾਲਾ ਕਿ ਮੈਂ ਕਿਹੜੇ ਪਾਰਟਿਕੂਲਰ ਐਸੈਟਸ ਲਈ ਕਿਹੜਾ ਇੰਡੈਕਸ ਜਿਹੜਾ ਉਹ ਯੂਜ਼ ਕਰਨਾ। ਸੋ ਉਹਦੀ ਜਿਹੜਾ ਮਰਜ਼ੀ ਹੋਗੀ, ਉਹ ਆਪਣੀ ਮਰਜ਼ੀ ਦੇ ਅਕੋਰਡਿੰਗ, ਆਪਣੀ ਡਿਸੀਜਨ ਦੇ ਅਕੋਰਡਿੰਗ, ਆਪਣੀ ਥਿੰਕਿੰਗ ਦੇ ਅਕੋਰਡਿੰਗ ਉਹ ਇੰਡੈਕਸ ਚੂਜ਼ ਕਰ ਲੂਗਾ, ਜੋ ਕਿ ਇਹਦੀ ਵੀਕਨੈਸ ਆ। ਓਕੇ, ਹੁਣ ਇਹਦੇ ਵਿੱਚ ਹੈ ਡੈਪਰੀਸੀਏਸ਼ਨ ਐਂਡ ਰਿਪਲੇਸਮੈਂਟ ਆਫ ਫਿਕਸ ਐਸੈਟ। ਇੱਕ ਪ੍ਰੋਬਲਮ ਹੋਰ ਜਿਹੜੀ ਅਸੀਂ ਫੇਸ ਕਰਦੇ ਆ ਉਹ ਇਹ ਕਰਦੇ ਆ ਕਿ ਜਿਹੜੇ ਫਿਕਸ ਐਸੈਟਸ ਨੇ ਉਹਨਾਂ ਤੇ ਡੈਪਰੀਸੀਏਸ਼ਨ ਕਿੰਨੀ ਚਾਰਜ ਕਰਨੀ ਆ। ਕਿਉਂਕਿ ਡੈਪਰੀਸੀਏਸ਼ਨ ਅਸੀਂ ਕਿਉਂ ਚਾਰਜ ਕਰਦੇ ਆ, ਸਾਡਾ ਇੱਕ ਰੀਜ਼ਨ ਹੁੰਦਾ ਕਿ ਅਸੀਂ ਆਪਣੇ ਪ੍ਰੋਫਿਟਸ ਸਹੀ ਦਿਖਾਣੇ ਆ, ਕਰੈਕਟ ਪ੍ਰੋਫਿਟ ਦਿਖਾਣੇ ਆ। ਦੂਸਰਾ ਰੀਜ਼ਨ ਇਹ ਵੀ ਹੁੰਦਾ ਆ ਕਿ ਸਾਡੇ ਕੋਲ ਜਦੋਂ ਉਹ ਐਸੈਟ ਅਸੀਂ ਖਰੀਦਿਆ ਹੈ, ਜਦੋਂ ਖਤਮ ਹੋ ਜਾਏਗਾ ਉਸ ਟਾਈਮ ਸਾਡੇ ਕੋਲ ਜਿਹੜੇ ਆ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ ਆ ਕਿ ਅਸੀਂ ਜਿਹੜਾ ਹੈ ਉਸ ਐਸੈਟ ਨੂੰ ਰਿਪਲੇਸ ਕਰ ਸਕੀਏ। ਸੋ ਡੈਪਰੀਸੀਏਸ਼ਨ ਜਦੋਂ ਅਸੀਂ ਚਾਰਜ ਕਰਦੇ ਹਾਂ ਹਿਸਟੋਰੀਕਲ ਕਾਸਟ ਜਾਂ ਓਰੀਜਨਲ ਕਾਸਟ ਦੇ ਬੇਸਿਸ ਤੇ, ਤਾਂ ਉਹਦੇ ਨਾਲ ਸਾਡੇ ਦੋਨੋਂ ਪਰਪਸ ਜਿਹੜੇ ਪੂਰੇ ਨਹੀਂ ਹੁੰਦੇ। ਇੱਕ ਤਾਂ ਸਾਡੇ ਟਰੂ ਪ੍ਰੋਫਿਟ ਦੀ ਪਿਕਚਰ ਨਹੀਂ ਸਾਹਮਣੇ ਆਊਗੀ, ਕਿਉਂਕਿ ਅਸੀਂ ਡੈਪਰੀਸੀਏਸ਼ਨ ਲਗਾਈ ਜਾਂਦੇ ਆ ਹਿਸਟੋਰੀਕਲ ਕਾਸਟ ਦੇ ਬੇਸਿਸ ਤੇ, ਯਾਨੀ ਕਿ ਆਪਾਂ ਡੈਪਰੀਸੀਏਸ਼ਨ ਲਗਾਈ ਜਾਂਦੇ ਆ ਘੱਟ ਤੇ ਜਿਹੜਾ ਪ੍ਰੋਫਿਟ ਆ ਉਹ ਵੱਧ ਪੇ ਕਰੀ ਜਾਂਦੇ। ਸੋ ਪ੍ਰੋਫਿਟ ਜਿਹੜਾ ਕੈਪੀਟਲ ਚੋਂ ਪੇ ਹੋ ਰਿਹਾ। ਠੀਕ ਆ, ਦੂਸਰੀ ਗੱਲ ਇਹ ਵੀ ਕਿ ਜਦੋਂ ਸਾਡੀ ਖਤਮ ਹੋਏਗੀ, ਟਾਈਮ ਖਤਮ ਹੋਏਗਾ, ਲਾਈਫ ਖਤਮ ਹੋਏਗੀ ਐਸੈਟ ਦੀ, ਤਾਂ ਸਾਡੇ ਕੋਲ ਇੰਨੇ ਫੰਡ ਵੀ ਨਹੀਂ ਹੋਣੇ ਕਿ ਅਸੀਂ ਜਿਹੜਾ ਆ ਉਸ ਐਸੈਟ ਨੂੰ ਰਿਪਲੇਸ ਕਰ ਸਕੀਏ। ਕਿਉਂਕਿ ਜਿਹੜਾ ਐਸੈਟ ਅਸੀਂ ਹੁਣ ਪਰਚੇਜ਼ ਕਰ ਰਹੇ ਹਾਂ ਹਨਾ 1 ਲੱਖ ਦਾ, ਤੇ 10 ਸਾਲ ਜੇ ਉਹਦੀ ਲਾਈਫ ਆ ਤਾਂ 10 ਸਾਲ ਬਾਅਦ ਸਾਨੂੰ 1 ਲੱਖ ਤੇ ਤਾਂ ਨਹੀਂ ਮਿਲਣਾ। ਸੋ ਸਾਨੂੰ ਮਹਿੰਗਾ ਹੀ ਮਿਲਣਾ, ਪਰ ਅਸੀਂ ਡੈਪਰੀਸੀਏਸ਼ਨ ਲਗਾ ਦਿੱਤੀ 1 ਲੱਖ ਦੇ ਅਕੋਰਡਿੰਗ। ਸੋ ਜਦੋਂ ਅਸੀਂ 1 ਲੱਖ ਦੇ ਅਕੋਰਡਿੰਗ ਡੈਪਰੀਸੀਏਸ਼ਨ ਲਗਾ ਰਹੇ ਹਾਂ, ਜਿੱਦਾਂ ਮੰਨ ਲਓ ਅਗਰ ਅਸੀਂ ਹਰ ਸਾਲ 10,000 ਡੈਪਰੀਸੀਏਸ਼ਨ ਲਾ ਰਹੇ ਹਾਂ ਤਾਂ 10 ਸਾਲ ਬਾਅਦ ਸਾਡੇ ਕੋਲ ਹੋਣਾ ਕੀ ਆ, ਸਿਰਫ 1 ਲੱਖ। ਬਟ ਉਸ ਵੇਲੇ ਉਹ ਐਸੈਟ ਜਿਹੜਾ ਆ 1 ਲੱਖ ਤੋਂ ਜ਼ਿਆਦਾ ਰੁਪਏ ਦਾ, 1.5, 2, 2.5 ਲੱਖ ਦਾ ਮਿਲਣਾ ਆ। ਸੋ ਉਸ ਵੇਲੇ ਮੁਸ਼ਕਲ ਹੋ ਜਾਣਾ। ਠੀਕ ਆ, ਸੋ ਇਸੇ ਕਰਕੇ ਕੀ ਹੈਗਾ ਆ, ਇਹ ਜ਼ਰੂਰੀ ਆ ਕਿ ਰਿਪਲੇਸਮੈਂਟ ਕਾਸਟ ਮੈਥਡ ਜਿਹੜਾ ਆ ਯੂਜ਼ ਕੀਤਾ ਜਾਵੇ। ਬਟ ਰਿਪਲੇਸਮੈਂਟ ਕਾਸਟ ਮੈਥਡ ਨੂੰ ਯੂਜ਼ ਕਰਨਾ ਇੰਨਾ ਈਜ਼ੀ ਨਹੀਂ ਆ, ਉਹਦੇ ਵਿੱਚ ਬਹੁਤ ਸਾਰੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ ਆ, ਜਿਹਦੇ ਵਿੱਚ ਕੁਝ ਡਿਫਿਕਲਟੀਜ਼ ਇੱਥੇ ਮੈਂਸ਼ਨ ਕੀਤੀਆਂ ਗਈਆਂ ਆ। ਕਿ ਸਭ ਤੋਂ ਪਹਿਲਾਂ ਇਹ ਕਿ ਇਹ ਪੋਸੀਬਲ ਨਹੀਂ ਹੈਗਾ ਕਿ ਅਸੀਂ ਜਿਹੜਾ ਆ ਰਿਪਲੇਸਮੈਂਟ ਕਾਸਟ ਨੂੰ ਐਕਿਊਰੇਟਲੀ ਫਾਈਂਡ ਕਰ ਸਕੀਏ, ਕਿਉਂਕਿ ਜਿੰਨੀ ਦੇਰ ਤੱਕ ਰਿਪਲੇਸਮੈਂਟ ਹੋਣੀ ਨਹੀਂ, ਠੀਕ ਆ, ਅਸੀਂ ਅੱਜ ਕਿੱਦਾਂ ਦੱਸ ਸਕਦੇ ਹਾਂ ਕਿ 10 ਸਾਲਾਂ ਬਾਅਦ ਉਸ ਐਸੈਟ ਦੀ ਵੈਲਿਊ ਕੀ ਹੋਊਗੀ। ਕਿਉਂਕਿ ਅਸੀਂ ਤਾਂ ਡੈਪਰੀਸੀਏਸ਼ਨ ਜੇ ਰਿਪਲੇਸਮੈਂਟ ਕਾਸਟ ਦੇ ਅਕੋਰਡਿੰਗ ਲਾਣੀ ਆ, ਤਾਂ ਉਹ 10 ਸਾਲ ਬਾਅਦ ਵਾਲੀ ਜੋ ਰਿਪਲੇਸਮੈਂਟ
ਕਰਨ ਲਈ ਸਾਨੂੰ ਕਾਸਟ ਪੈਣੀ ਉਹਦੇ ਅਕੋਰਡਿੰਗ ਲਾਣੀ ਆ। ਪਰ ਆਪਾਂ ਇਹ ਨਹੀਂ ਕਹਿ ਸਕਦੇ ਨਾ ਅੱਜ ਹੀ ਬੈਠੇ ਕਿ ਸਾਨੂੰ 10 ਸਾਲ ਬਾਅਦ ਉਹ ਐਸਟ ਕਿੰਨੇ ਦਾ ਮਿਲਣਾ। ਸੋ ਰਿਪਲੇਸਮੈਂਟ ਕਾਸਟ ਨੂੰ ਐਕਿਊਰੇਟਲੀ ਫਾਈਂਡ ਕਰਨਾ ਮੁਸ਼ਕਿਲ ਆ। ਸੈਕਿੰਡ, ਜਿਹੜਾ ਐਸਟ ਅਸੀਂ ਰਿਪਲੇਸ ਕਰਨਾ ਉਹਦੀ ਜਗ੍ਹਾ ਜੋ ਨਵਾਂ ਐਸਟ ਆਣਾ, ਕਿਉਂਕਿ 10 ਸਾਲ ਬਾਅਦ ਤਾਂ ਟੈਕਨੋਲੋਜੀ ਵੀ ਚੇਂਜ ਹੋ ਜਾਣੀ ਆ। ਸੋ ਜ਼ਰੂਰੀ ਨਹੀਂ ਆ ਕਿ ਜੋ ਐਸਟ ਅਸੀਂ ਰਿਪਲੇਸ ਕਰ ਰਹੇ ਆ ਔਰ 10 ਸਾਲ ਬਾਅਦ ਉਹ ਸਾਨੂੰ ਸੇਮ ਐਸਟ ਮਿਲ ਜਾਏਗਾ। ਨੈਚੁਰਲੀ ਟੈਕਨੋਲੋਜੀ ਵਾਈਜ਼ ਉਹ ਅਪਗ੍ਰੇਡਡ ਮਿਲੇਗਾ, ਠੀਕ ਆ। ਔਰ ਥਰਡ ਕੀ ਆ ਕਿ ਜਿਹੜਾ ਸਾਡਾ ਇਨਕਮ ਟੈਕਸ ਐਕਟ ਹੈਗਾ ਆ ਉਹ ਪ੍ਰੋਵਾਈਡ ਨਹੀਂ ਕਰਦਾ। ਉਹ ਕਹਿੰਦਾ ਆ ਕਿ ਸਿਰਫ ਤੁਸੀਂ ਐਕਚੁਅਲ ਕਾਸਟ ਦੇ ਬੇਸਿਸ ਤੇ ਹੀ ਡੈਪਰੀਸੀਏਸ਼ਨ ਲਗਾ ਸਕਦੇ ਆ, ਕੋਈ ਹੋਰ ਮੈਥਡ ਜਿਹੜਾ ਡੈਪਰੀਸੀਏਸ਼ਨ ਦਾ ਅਡਾਪਟ ਨਹੀਂ ਕੀਤਾ ਜਾ ਸਕਦਾ। ਐਂਡ ਫੋਰਥ ਪੁਆਇੰਟ ਕੀ ਆ ਕਿ ਫਿਕਸਡ ਐਸੈਟਸ ਨੂੰ ਰਾਈਟ ਅਪ ਕਰਨਾ, ਠੀਕ ਆ, बैलेंस शीट ਦੇ ਵਿੱਚ ਮੁਸ਼ਕਿਲ ਹੋ ਜਾਏਗਾ ਅਗਰ ਪ੍ਰਾਈਸਿਸ ਜਿਹੜੇ ਹੈਗੇ ਆ ਸਟੇਬਲ ਨਹੀਂ ਹੋਣਗੇ, ਠੀਕ ਆ। ਪਤਾ ਐਕਚੁਅਲ ਕਾਸਟ ਤੇ ਲਾਣੇ ਸਾਨੂੰ ਪਤਾ ਇੱਕ ਪ੍ਰਾਈਸ ਆ, ਅਸੀਂ ਉਹਦੇ ਅਕੋਰਡਿੰਗ ਉਹਦੀ ਵੈਲਿਊ ਘਟਾਈ ਜਾ ਰਹੇ ਆ। ਪਰ ਇੱਕ ਸਾਲ ਕੋਈ ਹੋਰ ਪ੍ਰਾਈਸ ਆ, ਦੂਜੇ ਸਾਲ ਕੋਈ ਹੋਰ ਪ੍ਰਾਈਸ ਆ, ਕਿਉਂਕਿ ਆਪਾਂ ਰਿਪਲੇਸਮੈਂਟ ਦੇ ਅਕੋਰਡਿੰਗ ਦੇਖਣਾ ਆ, ਤਾਂ ਫਿਰ ਤਾਂ ਮੁਸ਼ਕਿਲ ਹੋ ਜਾਏਗਾ ਕਿ ਅਸੀਂ ਉਹਨੂੰ ਰਾਈਟ ਆਫ ਕਿੱਦਾਂ ਕਰਾਂਗੇ, ਠੀਕ ਆ। ਬਟ ਕਹਿੰਦੇ ਇਹ ਇਟ ਮੀਨ ਸੋ ਇੱਥੇ ਪੋਸੀਬਲ ਹੀ ਨਹੀਂ ਹੈਗਾ ਕਿ ਅਸੀਂ ਡੈਪਰੀਸੀਏਸ਼ਨ ਨੂੰ ਰਿਪਲੇਸਮੈਂਟ ਕਾਸਟ ਦੇ ਬੇਸਿਸ ਤੇ ਲਗਾ ਸਕੀਏ। ਬਟ ਫਿਰ ਵੀ ਇਹ ਐਡਵਾਈਜ਼ੇਬਲ ਆ ਕਿ ਸਾਨੂੰ ਆਪਣੇ ਪ੍ਰੋਫਿਟਸ ਰਿਟੇਨ ਕਰਨੇ ਚਾਹੀਦੇ ਆ, ਆਪਣੇ ਡਿਵੀਡੈਂਡਸ ਨੂੰ ਰਿਸਟ੍ਰਿਕਟ ਕਰਨਾ ਚਾਹੀਦਾ ਆ, ਤਾਂ ਕਿ ਸਾਡੇ ਕੋਲ ਐਸਟ ਨੂੰ ਰਿਪਲੇਸ ਕਰਨ ਲਈ ਸਫੀਸ਼ੀਐਂਟ ਫੰਡ ਹੋਣ। ਸੋ ਇਹਦੇ ਕਰਕੇ ਸਾਨੂੰ ਸਪੈਸੀਫਿਕ ਕੈਪੀਟਲ ਰਿਜ਼ਰਵ ਔਰ ਰਿਪਲੇਸਮੈਂਟ ਰਿਜ਼ਰਵ ਜਿਹੜੇ ਹੈਗੇ ਆ ਉਹ ਨਾਰਮਲ ਡੈਪਰੀਸੀਏਸ਼ਨ ਤੋਂ ਇਨ ਐਡੀਸ਼ਨ ਚ ਪ੍ਰੋਵਾਈਡ ਕਰਨੇ ਚਾਹੀਦੇ ਆ। ਸੋ ਇਹ ਸੀ ਸਾਡੀ ਦੂਸਰੀ ਟੈਕਨੀਕ। ਉਸ ਤੋਂ ਬਾਅਦ ਜਿਹੜੀ ਸਾਡੀ ਤੀਸਰੀ ਟੈਕਨੀਕ ਹੈਗੀ ਆ ਉਹ ਹੈਗੀ ਆ ਕਰੰਟ ਵੈਲਿਊ ਅਕਾਊਂਟਿੰਗ ਟੈਕਨੀਕ। ਇਸ ਟੈਕਨੀਕ ਦੇ ਵਿੱਚ ਕੀ ਆ ਕਿ ਸਾਰੇ ਐਸੈਟਸ ਔਰ ਲਾਇਬਿਲਿਟੀਜ਼ ਨੂੰ ਅਸੀਂ ਸ਼ੋ ਕਰ ਰਹੇ ਹਾਂ ਬੈਲੈਂਸ ਸ਼ੀਟ ਚ ਕਰੰਟ ਵੈਲਿਊਜ਼ ਤੇ, ਠੀਕ ਆ। ਸੋ ਜਿੰਨੇ ਵੀ ਨੈਟ ਐਸੈਟ ਹੈਗੇ ਆ ਉਹਨਾਂ ਦੀ ਵੈਲਿਊ ਜੋ ਬਿਗਿਨਿੰਗ ਤੇ ਹੋਊਗੀ ਔਰ ਜੋ ਐਂਡ ਤੇ ਹੋਊਗੀ ਅਸੀਂ ਉਹਨੂੰ ਫਾਈਂਡ ਕਰਾਂਗੇ ਔਰ ਉਹਦਾ ਜਿਹੜਾ ਡਿਫਰੈਂਸ ਹੋਊਗਾ ਉਹ ਕੈਲਕੂਲੇਟ ਕਰਾਂਗੇ ਕਿ ਉਹਦਾ ਡਿਫਰੈਂਸ ਕੀ ਆ ਬਿਗਿਨਿੰਗ ਔਰ ਐਂਡ ਦੀ ਵੈਲਿਊ ਦਾ, ਔਰ ਉਹਨੂੰ ਅਸੀਂ ਜਿਹੜਾ ਪ੍ਰੋਫਿਟ ਔਰ ਲਾਸ ਦੇ ਤੌਰ ਤੇ ਸ਼ੋ ਕਰਾਂਗੇ। ਸੋ ਇਸ ਮੈਥਡ ਦੇ ਵਿੱਚ ਰਿਪਲੇਸਮੈਂਟ ਕਾਸਟ ਅਕਾਊਂਟਿੰਗ ਵਾਂਗੂ ਇਹ ਮੁਸ਼ਕਿਲ ਹੋਏਗਾ ਕਿਸੇ ਵੀ ਐਸੈਟ ਦੀ ਕਰੰਟ ਵੈਲਿਊ ਨੂੰ ਕੈਲਕੂਲੇਟ ਕਰਨਾ। ਉਸ ਤੋਂ ਬਾਅਦ ਨੈਕਸਟ ਟੈਕਨੀਕ ਸਾਡੀ ਹੈਗੀ ਆ ਕਰੰਟ ਕਾਸਟ ਅਕਾਊਂਟਿੰਗ ਟੈਕਨੀਕ। ਕਰੰਟ ਕਾਸਟ ਅਕਾਊਂਟਿੰਗ ਟੈਕਨੀਕ ਜਿਹੜੀ ਹੈਗੀ ਆ ਇਹ ਟੈਕਨੀਕ ਬ੍ਰਿਟਿਸ਼ ਗਵਰਨਮੈਂਟ ਨੇ ਜਦੋਂ ਕਮੇਟੀ ਅਪਾਇੰਟ ਕੀਤੀ ਸੀ, ਸੈਂਡੀਲੈਂਡ ਕਮੇਟੀ ਅੰਡਰ ਦਾ ਚੇਅਰਮੈਨਸ਼ਿਪ ਆਫ ਮਿਸਟਰ ਫ੍ਰਾਂਸਿਸ ਸੈਂਡੀਲੈਂਡ, ਕਿ ਜੋ ਵੀ ਸਾਡੇ ਪ੍ਰਾਈਸ ਲੈਵਲ ਚੇਂਜਸ ਆ ਉਹਨਾਂ ਨੂੰ ਕਿੱਦਾਂ ਅਸੀਂ ਉਹਨਾਂ ਨੂੰ ਅਕਾਊਂਟਿੰਗ ਉਹਨਾਂ ਦੀ ਕਰੀਏ। ਫਿਰ ਉਸ ਕਮੇਟੀ ਨੇ 1975 ਦੇ ਵਿੱਚ ਰਿਪੋਰਟ ਦਿੱਤੀ ਸੀ ਔਰ ਰეკਮੈਂਡ ਕੀਤਾ ਸੀ ਕਿ ਕਰੰਟ ਪਰਚੇਜ਼ਿੰਗ ਪਾਵਰ ਦੀ ਜਗ੍ਹਾ ਤੇ ਸਾਨੂੰ ਕਰੰਟ ਕਾਸਟ ਅਕਾਊਂਟਿੰਗ ਟੈਕਨੀਕ ਜਿਹੜੀ ਹੈਗੀ ਆ ਉਹ ਯੂਜ਼ ਕਰਨੀ ਚਾਹੀਦੀ ਆ ਪ੍ਰਾਈਸ ਲੈਵਲ ਚੇਂਜਸ ਨੂੰ ਕੰਸੀਡਰ ਕਰਨ ਦੇ ਲਈ। ਸੋ ਇਸ ਟੈਕਨੀਕ ਦੇ ਵਿੱਚ ਕੀ ਆ, ਜਿੰਨੀਆਂ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਬਣਨਗੀਆਂ ਬੈਲੈਂਸ ਸ਼ੀਟ ਔਰ P&L, ਉਹ ਉਸ ਇੰਡੀਵਿਜੂਅਲ ਆਈਟਮ ਦੀ ਕਰੰਟ ਵੈਲਿਊ ਦੇ ਅਕੋਰਡਿੰਗ ਬਣਨਗੀਆਂ, ਨਾ ਕਿ ਕਿਸੇ ਹਿਸਟੋਰੀਕਲ ਔਰ ਓਰੀਜਨਲ ਕਾਸਟ ਤੇ ਬਣਨਗੀਆਂ। ਸੋ ਇਸ ਟੈਕਨੀਕ ਦੇ ਕੀ ਐਸੈਂਸ਼ੀਅਲ ਕਰੈਕਟਰਿਸਟਿਕਸ ਆ। ਫਸਟ, ਫਿਕਸ ਐਸੈਟਸ ਨੂੰ ਅਸੀਂ ਬੈਲੈਂਸ ਸ਼ੀਟ 'ਚ ਸ਼ੋ ਕਰਨਾ ਕਰੰਟ ਵੈਲਿਊ ਤੇ, ਨਾ ਕਿ ਹਿਸਟੋਰੀਕਲ ਕਾਸਟ ਤੇ। ਡੈਪਰੀਸੀਏਸ਼ਨ ਨੂੰ ਚਾਰਜ ਕਰਨਾ ਐਸੈਟ ਦੀ ਕਰੰਟ ਵੈਲਿਊ ਦੇ ਅਕੋਰਡਿੰਗ, ਨਾ ਕਿ ਓਰੀਜਨਲ ਕਾਸਟ ਦੇ ਅਕੋਰਡਿੰਗ। ਇਨਵੈਂਟਰੀਜ਼ ਔਰ ਸਟਾਕ ਨੂੰ ਵੈਲਿਊ ਕਰਨਾ ਉਹਨਾਂ ਦੀ ਕਰੰਟ ਰਿਪਲੇਸਮੈਂਟ ਕਾਸਟ ਦੇ ਅਕੋਰਡਿੰਗ, ਨਾ ਕਿ ਉਹਨਾਂ ਦੇ ਕਾਸਟ ਔਰ ਮਾਰਕੀਟ ਪ੍ਰਾਈਸ ਵਿਚ ਐਵਰ ਇਜ਼ ਲੋਅਰ ਦੇ ਅਕੋਰਡਿੰਗ। ਐਂਡ ਜਿਹੜੀ ਅਸੀਂ ਕਾਸਟ ਆਫ ਗੁੱਡ ਸੋਲਡ ਕੈਲਕੂਲੇਟ ਕਰ ਰਹੇ ਹਾਂ ਰਿਪਲੇਸਮੈਂਟ ਦੇ ਬੇਸਿਸ ਤੇ ਕੈਲਕੂਲੇਟ ਕਰਨੀ ਹੈ, ਨਾ ਕਿ ਓਰੀਜਨਲ ਕਾਸਟ ਦੇ ਬੇਸਿਸ ਤੇ ਕਰਨੀ ਆ। ਔਰ ਜਿਹੜਾ ਸਰਪਲਸ ਅਰਾਈਜ਼ ਹੋ ਰਿਹਾ ਰੀਵੈਲੂਏਸ਼ਨ ਚੋਂ, ਉਹਨੂੰ ਅਸੀਂ ਟ੍ਰਾਂਸਫਰ ਕਰਾਂਗੇ ਰੀਵੈਲੂਏਸ਼ਨ ਰਿਜ਼ਰਵ ਨੂੰ, ਔਰ ਉਹਨੂੰ ਐਜ਼ ਅ ਡਿਵੀਡੈਂਡ ਡਿਸਟ੍ਰੀਬਿਊਟ ਨਹੀਂ ਕੀਤਾ ਜਾਊਗਾ। ਔਰ ਜਿਹੜੀ ਬੈਲੈਂਸ ਸ਼ੀਟ ਔਰ ਪ੍ਰੋਫਿਟ ਐਂਡ ਲਾਸ ਤੋਂ ਇਲਾਵਾ ਅਸੀਂ ਐਪਰੋਪ੍ਰੀਏਸ਼ਨ ਅਕਾਊਂਟ ਐਂਡ ਸਟੇਟਮੈਂਟ ਆਫ ਚੇਂਜ ਜਿਹੜੀ ਹੈਗੀ ਉਹ ਵੀ ਪ੍ਰਿਪੇਅਰ ਕਰਨੀ ਆ।
बट ਇਹਦੇ ਵਿੱਚ ਵੀ ਕੁਝ ਡਿਫਿਕਲਟੀਜ਼ ਹੈਗੀਆਂ ਆ, ਜਿੱਦਾਂ ਕਿ ਹਰ ਐਸਟ ਦੀ ਕਰੰਟ ਵੈਲਿਊ ਕੈਲਕੂਲੇਟ ਕਰਨਾ ਡਿਫਿਕਲਟ ਆ, ਠੀਕ ਆ। ਸਬਜੈਕਟਿਵਿਟੀ ਹੈਗੀ ਇਸ ਟੈਕਨੀਕ ਦੇ ਵਿੱਚ, ਹਰ ਇੱਕ ਬੰਦਾ ਆਪਣੇ ਅਕੋਰਡਿੰਗ ਹੀ ਉਹਦੀ ਵੈਲਿਊ ਕੈਲਕੂਲੇਟ ਕਰੇਗਾ। ਔਰ ਜਦੋਂ ਡਿਪਰੈਸ਼ਨ ਹੋਏਗਾ, ਜਦੋਂ ਪ੍ਰਾਈਸਿਸ ਘਟਣਗੇ, ਉਸ ਟਾਈਮ ਇਸ ਟੈਕਨੀਕ ਨੂੰ ਲਗਾਉਣਾ ਵਧੀਆ ਨਹੀਂ ਹੋਗਾ। ਇਸ ਟੈਕਨੀਕ ਦੇ ਵਿੱਚ ਕਿਹੜੀਆਂ ਐਡਜਸਟਮੈਂਟਸ ਕਰਨੀਆਂ ਪੈਂਦੀਆਂ, ਇੱਕ ਤਾਂ ਪਹਿਲਾਂ ਕਰੰਟ ਕਾਸਟ ਆਫ ਸੇਲ ਐਡਜਸਟਮੈਂਟ ਆ। ਸਾਨੂੰ ਕਾਸਟ ਆਫ ਸੇਲ ਨੂੰ ਕੈਲਕੂਲੇਟ ਕਰਨਾ ਪੈਣਾ ਆ ਔਨ ਦਾ ਬੇਸਿਸ ਆਫ ਕਾਸਟ ਆਫ ਰਿਪਲੇਸਿੰਗ, ਗੁਡਸ ਨੂੰ ਰਿਪਲੇਸ ਕਰਨ ਦੀ ਕਾਸਟ ਦੇ ਬੇਸਿਸ ਤੇ, ਨਾ ਕਿ ਉਹਦੀ ਹਿਸਟੋਰੀਕਲ ਕਾਸਟ ਦੇ ਬੇਸਿਸ ਤੇ। ਸੋ ਇਹਦੇ ਨਾਲ ਕੀ ਹੋਏਗਾ, ਉਸ ਟਾਈਮ ਤੇ ਕਰੰਟ ਕਾਸਟ ਨੂੰ ਅਸੀਂ ਮੈਚ ਕਰਾਂਗੇ ਕਰੰਟ ਰੈਵਨਿਊ ਦੇ ਨਾਲ, ਠੀਕ ਆ ਜੀ। ਔਰ ਜਦੋਂ ਅਸੀਂ ਕਰੰਟ ਰੈਵਨਿਊ ਚੋਂ ਕਰੰਟ ਕਾਸਟ ਮਾਈਨਸ ਕਰਾਂਗੇ, ਠੀਕ ਆ, ਤਾਂ ਫਿਰ ਹੀ ਅਸੀਂ ਓਰੀਜਨਲ ਪ੍ਰੋਫਿਟ ਜਿਹੜਾ ਫਾਈਂਡ ਆਊਟ ਕਰ ਸਕਾਂਗੇ। ਸੋ ਇਹਦਾ ਫਾਰਮੂਲਾ ਇਹਨਾਂ ਨੇ ਦਿੱਤਾ ਆ ਕਾਸਟ ਆਫ ਸੇਲ ਐਡਜਸਟਮੈਂਟ ਦਾ, C minus O, C is the closing stock of ਉਹਦਾ historical cost minus opening stock ਦੀ historical cost minus average index number multiply by C closing stock historical cost ਤੇ divide by closing stock ਦਾ index, ठीक है, minus O opening stock ਤੇ divide by opening stock ਦਾ index। सो इस तरीके ਦੇ ਨਾਲ ਇਹ adjustment ਹੋਣੀ ਆ। ਉਸ ਤੋਂ ਬਾਅਦ ਸੈਕਿੰਡ ਹੈਗਾ ਹੈ ਡੈਪਰੀਸੀਏਸ਼ਨ ਐਡਜਸਟਮੈਂਟ। ਇਹਦੇ ਵਿੱਚ ਜਿਹੜੇ ਐਸੈਟ ਅਸੀਂ ਬੈਲੈਂਸ ਸ਼ੀਟ 'ਚ ਦਿਖਾਣੇ ਆ ਉਹ ਰਿਪਲੇਸਮੈਂਟ ਕਾਸਟ ਤੇ ਦਿਖਾਣੇ ਆ ਆਫਟਰ ਅਲਾਉਇੰਗ ਫॉर ਅ ਡੈਪਰੀਸੀਏਸ਼ਨ। ਸੋ ਇਹਦਾ ਮਤਲਬ ਆ ਕਿ ਸਾਨੂੰ ਡੈਪਰੀਸੀਏਸ਼ਨ ਦੇ ਵਿੱਚ ਵੀ ਐਡਜਸਟਮੈਂਟ ਕਰਨੀ ਪੈਣੀ ਆ। ਐਂਡ ਜਿਹੜੀ ਕਰੰਟ ਈਅਰ ਦੀ ਡੈਪਰੀਸੀਏਸ਼ਨ ਆ ਉਹ ਕਿਸ ਫਾਰਮੂਲੇ ਦੇ ਅਕੋਰਡਿੰਗ ਕੈਲਕੂਲੇਟ ਕਰਾਂਗੇ, ਐਸੈਟਸ ਦੀ ਕਰੰਟ ਵੈਲਿਊ ਓਪਨਿੰਗ ਪਲੱਸ ਕਲੋਜ਼ਿੰਗ डिवाइड बाय 2 मल्टीप्लाई बाय लाइफ ऑफ द एसेट। ਇਹਦੇ ਅਕੋਰਡਿੰਗ ਹੀ ਆਪਾਂ ਡੈਪਰੀਸੀਏਸ਼ਨ ਕੱਢਣੀ ਆ। ਵੀ ਆਪਾਂ ਐਸੈਟ ਦੀ ਓਪਨਿੰਗ ਕਰੰਟ ਵੈਲਿਊ ਦੇਖਣੀ ਆ ਤੇ ਕਲੋਜ਼ਿੰਗ ਕਰੰਟ ਵੈਲਿਊ ਦੇਖਣੀ ਆ, ਫਿਰ ਉਹਨੂੰ ਡਿਵਾਈਡ ਕਰਨਾ 2 ਨਾਲ, ਯਾਨੀ ਉਹਦੀ ਐਵਰੇਜ ਲੈ ਲੈਣੀ ਆ, ਔਰ ਫਿਰ ਉਹਨੂੰ ਲਾਈਫ ਨਾਲ ਡਿਵਾਈਡ ਕਰਕੇ ਉਹਦੀ ਡੈਪਰੀਸੀਏਸ਼ਨ ਕੱਢਣੀ ਆ। तीसरी हैगी बैकलॉग डेप्रीसीएशन। जो एसेट नू रीवैल्यू करना तो वो रीवैल्यू ते जो प्रॉफिट होएगा वो ट्रांसफर करांगे रीवैल्यूएशन रिजर्व नू, और रीवैल्यूएशन नाल बैकलॉग डेप्रीसीएशन भी होएगी। सो वो डेप्रीसीएशन भी असी चार्ज करनी रीवैल्यूएशन रिजर्व नू। उस तो बाद मॉनेटरी वर्किंग कैपिटल एडजस्टमेंट। जिहड़ी वर्किंग कैपिटल है, ठीक है, उन्होंने भी ਉਹਦੇ ਵਿੱਚ ਵੀ ਐਡਜਸਟਮੈਂਟ ਕਰਨੀ ਪੈਣੀ। ਸੇਮ ਉਸੇ ਤਰ੍ਹਾਂ ਜਿੱਦਾਂ ਆਪਾਂ ਕਾਸਟ ਆਫ ਸੇਲ 'ਚ ਐਡਜਸਟਮੈਂਟ ਕੀਤੀ ਸੀ, ਸੇਮ ਉਸੇ ਤਰ੍ਹਾਂ ਵਰਕਿੰਗ ਕੈਪੀਟਲ ਦੇ ਵਿੱਚ ਵੀ ਐਡਜਸਟਮੈਂਟ ਕਰਨੀ ਪੈਣੀ ਆ ਅਕੋਰਡਿੰਗ ਟੂ ਦਾ ਕਰੰਟ ਵੈਲਿਊ। ਸੋ ਇਹ ਕੁਝ ਐਡਜਸਟਮੈਂਟਸ ਨੇ ਜਿਹੜੀਆਂ ਕਿ ਸਾਨੂੰ ਕਰਨੀਆਂ ਪੈਣਗੀਆਂ ਇਸ ਟੈਕਨੀਕ ਦੇ ਅੰਡਰ। ਇਸ ਤੋਂ ਇਲਾਵਾ ਇੱਕ ਕਰੰਟ ਕਾਸਟ ਆਪਰੇਟਿੰਗ ਪ੍ਰੋਫਿਟ ਦੀ ਐਡਜਸਟਮੈਂਟ ਵੀ ਹੈਗੀ ਆ ਕਿ ਸਾਨੂੰ ਕਰੰਟ ਕਾਸਟ ਆਪਰੇਟਿੰਗ ਪ੍ਰੋਫਿਟ ਕੱਢਣਾ ਪੈਣਾ। ਉਹ ਕਿੱਦਾਂ ਹੋਏਗਾ ਕਿ ਜਿਹੜਾ ਸਾਡਾ ਹਿਸਟੋਰੀਕਲ ਕਾਸਟ ਦੇ ਅਕੋਰਡਿੰਗ ਪ੍ਰੋਫਿਟ ਹੈਗਾ ਆ, ठीक है, बिफोर चार्जिंग इंटरस्ट एंड टैक्सेशन बट आफ्टर चार्जिंग एडजस्टमेंट ऑफ, बट ये कॉस्ट ऑफ सेल दी एडजस्टमेंट, डेप्रीसीएशन एंड मॉनेटरी वर्किंग कैपिटल दी एडजस्टमेंट चार्ज करनी है। उस तो बाद है गियरिंग एडजस्टमेंट। जो प्राइसिस इनक्रीज होणगे सो शेयर होल्डर नू फायदा होएगा जिन्ने नाल उन्हां दे फिक्स एसेट और नैट वर्किंग कैपिटल जिन्नी फाइनांस्ड आ उन्हां दे फंड्स दे नाल, ठीक है जी, क्योंकि जो उन्हां दे फिक्सड सिक्योरिटीज है उन्होंने तो उन्ना ही इंटरस्ट जाएगा ना। सो ਉਹਦੇ ਨਾਲ ਕੀ ਹੋਏਗਾ, ਉਹਨਾਂ ਨੂੰ ਫਾਇਦਾ ਹੋਏਗਾ, ਠੀਕ ਆ। ਔਰ ਜਦੋਂ ਪ੍ਰਾਈਸਿਸ ਫਾਲ ਹੋਣਗੇ ਉਦੋਂ ਉਹਨਾਂ ਨੂੰ ਲਾਸ ਹੋਏਗਾ। ਸੋ ਇਹ ਜਿਹੜੇ ਪ੍ਰੋਫਿਟ ਔਰ ਲਾਸ ਹੈਗੇ ਆ, ਇਹਨਾਂ ਦੀ ਐਡਜਸਟਮੈਂਟ ਨੂੰ ਅਸੀਂ ਗੀਅਰਿੰਗ ਐਡਜਸਟਮੈਂਟ ਕਹਿੰਦੇ ਆ, ਔਰ ਇਹ ਵੀ ਸਾਨੂੰ ਕਰਨੀ ਪੈਣੀ ਆ। ਇਹਦਾ ਫਾਰਮੂਲਾ ਦਿੱਤਾ ਆ B डिवाइड बाय B plus S। B is average net borrowing डिवाइड बाय average net borrowing plus shareholders interest multiply by A। A is a total of current cost adjustment। सो ਇਹਦੇ ਨਾਲ ਹੀ ਸਾਡੀਆਂ ਇਹ ਸਾਰੀਆਂ ਟੈਕਨੀਕਸ ਜਿਹੜੀਆਂ ਹੈਗੀਆਂ ਇੱਥੇ ਹੀ ਕੰਪਲੀਟ ਹੋ ਜਾਂਦੀਆਂ ਆ। ਨੈਕਸਟ ਆਪਾਂ ਇਹਨਾਂ ਦੇ ਹੁਣ ਨਿਊਮੈਰੀਕਲਸ ਸੋਲਵ ਕਰਾਂਗੇ ਔਰ ਨੈਕਸਟ ਲੈਕਚਰ ਡਿਸਕਸ ਕਰਾਂਗੇ। ਥੈਂਕ ਯੂ।